ਬਾਹੈ। ਸਤਿਗੁਰਾਂ ਦਾ ਜਿਹੜਾ ਨੇਮ ਨਿਯਮ ਹੈ ਉਸੇ ਵਿੱਚ ਸਦਾ ਮਹਾਰਾਜ ਨਿਰਵਾਹ ਕਰਦੇ ਆ, ਬੜੇ ਨੇਮ ਵਿੱਚ ਰਹਿੰਦੇ ਆ। ਜਾਮ ਜਾਮਨੀ ਜਾਗਨ ਕਾਹੈ। ਉਹ ਨੇਮ ਇਹ ਹੈ ਵੀ ਮਹਾਰਾਜ ਦਾ ਸਵਾ ਪਹਿਰ ਜਾਂ ਪਹਿਰ ਰਾਤ ਰਹਿੰਦਿਆਂ ਜਾਗਣ ਦਾ ਜਿਹੜਾ ਨਿਯਮ ਹੈ। ਉਠਹਿ ਕਿਰਿਆ ਨਿਤ ਕੀ ਕਰ ਸਾਰੀ। ਤੇ ਉੱਠਦੇ ਆ ਸੱਚੇ ਪਾਤਸ਼ਾਹ ਜੀ 3 ਵਜੇ ਦੇ ਕਰੀਬ ਗੁਰੂ ਅਮਰਦਾਸ ਮਹਾਰਾਜ ਜੀ ਜਾਗ ਜਾਂਦੇ ਆ। ਉਸ ਤੋਂ ਬਾਅਦ ਸਾਰੀ ਸਰੀਰ ਦੀ ਜੋ ਕਿਰਿਆ ਸ਼ੌਚ ਸਵੱਛਤਾ ਮਲ ਮੂਤ ਦੀ ਕਿਰਿਆ ਸਾਰੀ ਕਰਦੇ ਆ। ਕਰਹਿ ਸ਼ੌਚ ਸੰਗ ਮ੍ਰਿਤ ਕਾ ਬਾਰੀ। ਤੇ ਹੱਥ ਸੱਚੇ ਪਾਤਸ਼ਾਹ ਜੀ ਮਿੱਟੀ ਦੇ ਨਾਲ ਚੰਗੀ ਤਰ੍ਹਾਂ ਮਾਂਜਦੇ ਆ, ਸਾਫ਼ ਕਰਦੇ ਆ। ਪੁਨ ਮੱਜਹਿ ਪਹਿਰਹਿ ਪਟ ਨਿਰਮਲ। ਉਸ ਤੋਂ ਬਾਅਦ ਫਿਰ ਇਸ਼ਨਾਨ ਕਰਦੇ ਆ। ਭਾਈ ਬੱਲੂ ਜੀ ਗਾਗਰ ਭਰ ਕੇ ਬਿਆਸ ਦਰਿਆ ਤੋਂ ਲੈ ਆਉਂਦੇ ਆ ਤੇ ਸਤਿਗੁਰੂ ਜੀ ਇਸ਼ਨਾਨ ਕਰਦੇ ਆ। ਫਿਰ ਇਸ਼ਨਾਨ ਤੋਂ ਬਾਅਦ ਉਜਲ ਧੋਤੇ ਸੁੰਦਰ ਬਸਤਰ ਪਹਿਨ ਲੈਂਦੇ ਆ। ਬੈਠਹਿ ਸਤਿਗੁਰ ਹੋਏ ਇਕਾਂਤ ਥਲ। ਤੇ ਅਜੇ ਦਿਨ ਚੜ੍ਹਨ ਤੱਕ ਮਹਾਰਾਜ ਜੀ ਕਿਤੇ ਇਕਾਂਤ ਜਗ੍ਹਾ ਤੇ ਚੌਂਕੜਾ ਮਾਰ, ਜ਼ਿਆਦਾਤਰ ਚੁਬਾਰਾ ਸਾਹਿਬ ਦੇ ਆਪਣੇ ਕਮਰੇ ਵਿੱਚ ਹੀ ਸਥਾਨ ਸੁਖ ਸਥਾਨ ਤੇ ਮਹਾਰਾਜ ਚੌਂਕੜਾ ਲਾਉਂਦੇ ਸੀਗੇ। ਸੱਚੇ ਪਾਤਸ਼ਾਹ ਜੀ ਐਨ ਸਮਾਧੀ ਲਾ ਕੇ ਬੈਠ ਜਾਂਦੇ ਇਕਾਂਤ ਵਿੱਚ। ਬ੍ਰਿਤ ਟਿਕਾਏ ਨਿਜ ਰੂਪ ਮਝਾਰੀ। ਤੇ ਆਪਦੇ ਸੁੱਧ ਸਰੂਪ ਬ੍ਰਹਮ ਦੇ ਵਿੱਚ ਹੀ ਸੱਚੇ ਪਾਤਸ਼ਾਹ ਜੀ ਬਿਰਤੀ ਟਿਕਾ ਲੈਂਦੇ ਆ। ਲੇਹ ਆਨੰਦ ਤਿਸ ਕੋ ਹਿਤਕਾਰੀ। ਤੇ ਬੜਾ ਪ੍ਰੇਮ ਸਹਿਤ ਪ੍ਰੇਮ ਜਾਂ ਹਿਤਕਾਰੀ ਲਾਭਦਾਇਕ ਜਿਹੜਾ ਆਨੰਦ ਹੈ ਨਾ ਬ੍ਰਹਮ ਰੂਪ ਤੋਂ ਪ੍ਰਾਪਤ ਕਰਦੇ ਆ। ਹੋਰ ਹੋਤ ਲਾਭ੍ਰਿਤੀ ਟਿਕਾਵੈ। ਜਾਂ ਸਿੱਖਾਂ ਦੇ ਹਿਤਕਾਰੀ ਪ੍ਰੇਮ ਕਰਨ ਵਾਲੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਿਨ ਚੜ੍ਹਨ ਤੀਕਰ ਭਾਵ ਸਵੇਰ ਦਿਨ ਪੂਰਾ ਖਿੜਨ ਤੀਕਰ ਐਨੀ ਨੇਤਰ ਬੰਦ ਕਰਕੇ ਸਮਾਧੀ ਵਿੱਚ ਲੀਨ ਰਹਿੰਦੇ ਆ। ਅਵਚਲ ਆਨੰਦ ਰੂਪ ਹੋਏ ਜਾਵੈ। ਤੋ ਅਵਚਲ ਜਿਹੜਾ ਚਲਾਏ ਮਾਨ ਤੋਂ ਰਹਿਤ ਆਨੰਦ ਹੈ ਨਾ ਪਰਮੇਸ਼ਰ ਸੁੱਧ ਸਰੂਪ ਦੇ ਵਿੱਚ ਹੀ ਲੈ ਹੋ ਜਾਂਦੇ ਆ, ਲੀਨ ਹੋ ਰਹਿੰਦੇ ਆ। ਦਿਵਸ ਚੜੇ ਸਿੱਖ ਹੋਏ ਸਮੁਦਾਏ। ਜਦੋਂ ਦਿਨ ਚੜ ਜਾਂਦਾ ਹੈ ਤੇ ਸਾਰੀਆਂ ਸਿੱਖ ਸੰਗਤਾਂ ਮਹਾਰਾਜ ਦੇ ਦਰਸ਼ਨਾਂ ਨੂੰ ਆਣ ਇਕੱਤਰ ਹੁੰਦੀਆਂ। ਦਰਸਹਿ ਸੇਵਹਿ ਸੁਖ ਕੋ ਪਾਏ। ਕੋਈ ਮਹਾਰਾਜ ਦੇ ਦਰਸ਼ਨ ਕਰਦਾ ਹੈ, ਕੋਈ ਸੇਵਾ ਕਰਕੇ ਤੇ ਬਹੁਤ ਸੁਖ ਪ੍ਰਾਪਤ ਕਰਦੇ ਸਿੱਖ ਸਾਰੇ। ਸ਼ਬਦ ਰਬਾਬੀ ਗਾਵਨ ਕਰੈ। ਇਹਨੇ ਨੂੰ ਕੀਰਤਨੀਏ ਸਿੱਖ ਜਿਹੜੇ ਆ ਮਹਾਰਾਜ ਦੇ ਹਜ਼ੂਰ ਇੱਕ ਪਾਸੇ ਕੀਰਤਨ ਜਿਹੜਾ ਗਾਉਣ ਲੱਗ ਜਾਂਦੇ ਆ, ਗੁਰਬਾਣੀ ਗਾਉਂਦੇ ਆ। ਸੰਗਤ ਸਹਿਤ ਸੁਨਹਿ ਮੁਦ ਧਰੈ। ਤੇ ਸੰਗਤ ਜਿਹੜੀ ਵਾ ਉਹ ਸੁਣਦੀ ਹੈ ਤੇ ਬੜਾ ਸੁਣ ਸੁਣ ਕੇ ਮੁਦਤ ਆਨੰਦ ਸਹਿਤ ਹੋਈ ਜਾਂਦੀ ਹੈ। ਚਿਰੰਕਾਲ ਲਗ ਠਾਡੇ ਰਹੈ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਵਾਜ ਪੰਗਤੀ ਛੱਡ ਗਿਆ ਕੋਈ। ਸ਼ਬਦ ਰਬਾਬੀ ਗਾਵਣ ਕਰ ਤੇ ਸੰਗਤ ਸਾਰੀ ਸੁਣ ਸੁਣ ਗੁਰੂ ਅਮਰਦਾਸ ਮਹਾਰਾਜ ਜਿਹੜੇ ਹੈ ਲਕ ਪੀਤ ਮਹਿ ਕਰ ਸੋਗ ਹੈ। ਪੈਂਦੀ ਹੈ ਕਿਲਕ ਪੀ ਰਹਿ ਕਿੱਲੀ ਕੰਧ ਵਿੱਚ ਮਹਾਰਾਜ ਉਹ ਕਿੱਲ ਨੂੰ ਹੱਥ ਵਿੱਚ ਪਕੜ ਲੈਂਦੇ ਜ਼ਿੰਦਗੀ ਕਰੀ ਜਾਂਦੇ ਆ। ਮਹਾਨ ਬਿਰਧ ਬੁੱਢਾ ਹੈ ਤੇ ਬੜਾ ਪਰ ਸਭ ਵੇਖਦੇ ਆ ਵੀ ਮਹਾਰਾਜ ਦਾ ਤਪ ਨਹੀਂ ਘਟਿਆ ਤੇਜ ਪਰ ਕਿੱਲ ਨੂੰ ਹੱਥ ਪਾ ਕਰਕੇ ਤੇ ਉਹ ਕਰਕੇ ਸੰਗਤ ਸਹਿਤ ਅਚਹਿ। ਕੀ ਕਰਦੇ ਆ ਸਮੇਤ ਸੰਗਤਾਂ ਦੇ ਜੋ ਵੀ ਛਕਦੇ ਹਲਕਾ ਫੁਲਕਾ ਕਹਿੰਦੇ ਇੱਕ ਦਿਨ ਗੁਰੂ ਅਮਰ ਕਰੀ ਸਾਚ ਮੱਜੇ ਤਿਸ
ਦੀ ਕਿਰਿਆ ਸੋਧੀ ਤੇ ਇਸ਼ਨਾਨ ਤਨ ਜਾ ਤੇ ਪਾਨੀ ਤਿਆਰ ਬਰ ਤਿਆਰ ਹੋ ਕਰਕੇ ਮਹਾਰਾਜ ਸੱਚੇ ਪਣ ਤੇ ਜਾਬ ਬੀਬੀ ਭਾਨੀ ਗੁਰੂ ਅਮਰਦਾਸ ਪਾਨੀ ਤੇ ਆਪਣੇ ਜਾਨ ਜੀ ਦੇ ਮਨ ਵਿੱਚ ਬੜੀ ਪ੍ਰੇਮਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਜਿਹੜੀ ਚੌਂਕੀ ਭਾਵ ਜਿਵੇਂ ਉੱਪਰ ਸੱਚੇ ਪਾਤਸ਼ਾਹ ਜੀ ਚੜ ਕਰਨ ਹਿਤ ਬੈਠਬ ਕਰੇ ਉਦਰਤ ਕਰ ਕੈ ਦੋਵੇਂ ਨਿਤ ਹੁੰਦ ਲਏ ਅੰਤਰਮੁਖੀ ਰਾਜ ਨੇ ਬਿਰਤਿਆ ਹੋਏ ਅਡੋਲ ਤਬ ਸੱਚੇ ਪਾਤਸ਼ਾਹ ਦੀ ਧਿਆਨ ਲਾ ਕਿਵੇਂ ਉਹ ਸ਼ੰਭ ਕਈ ਸ਼ਿਵ ਭਗਵਾਨ ਲਾਉਂਦਾ ਸਮਾਧੀ ਕਲਾ ਸਤਿਗੁਰਾਂ ਧਿਆਨ ਲਾਇਆ ਹੈ ਫੁਤੋ ਹੀਨ ਚੌਂਕੀ ਚੌਂਕੀ ਦਾ ਪਾਵਾ ਥੋੜਾ ਹੀਣਾ ਕਹਿ ਲੋ ਕਮਜ਼ੋਰ ਸੀ ਇੱਕ ਪਾਸੋਂ ਜਾਂ ਜਿਵੇਂ ਉਹ ਕਈ ਵਾਰ ਆਂਡਾ ਜਿਹਾ ਹੁੰਦਾ ਨਾ ਉਹ ਜਿਵੇਂ ਗੁਣੀਆਂ ਚ ਨਾ ਹੋਵੇ ਤੇ ਇੱਕ ਪਾਸੋਂ ਠੱਪ ਠੱਪ ਕਰਦਾ ਰਹਿੰਦਾ ਮੰਜਾ ਜਾਂ ਉਹ ਐਸਾ ਹੀਣਾ ਚੁੱਕਿਆ ਹੋਇਆ ਜਾਣ ਲਓ ਪੇਖ ਭਾਨੀ ਮਨ ਇਧਰ ਬੀਬੀ ਭਾਨੀ ਜੀ ਜਦੋਂ ਦਰਸ਼ਨ ਕਰਨ ਵਾਸਤੇ ਆਏ ਤੇ ਉਹਨਾਂ ਚੌਂਕੀ ਦੇ ਪਾਵੇ ਵੱਲ ਇਉਂ ਜਾਣ ਮਨ ਵਿੱਚ ਧਾਰਿਆ ਹੈ ਹਲ ਹੈ ਪਿਤਾ ਇਤਹਾ ਜਬ ਪਾਸੇ ਪਏਗਾ ਹਿੱਲਣਗੇ ਚੌਂਕੀ ਡੁੱਲ ਜਾਏ ਥਿਤ ਜੋਏ ਤੇ ਚੌਂਕੀ ਜਿਹੜੀ ਆਪਦੇ ਥਾਂ ਤੋਂ ਹਿੱਲੇਗੀ ਭਾਵ ਉਹ ਇੱਕੋ ਭਾਰ ਪਏ ਤੇ ਹਿੱਲੇਗੀ ਗਾਧੋ ਤੇ ਚੌਂਕੀ ਹਿੱਲਣ ਕਰਕੇ ਖੜਾਕ ਦੇ ਰੂਪ ਵਿੱਚ ਸਮਾਧੀ ਲੱਗੀ ਹੋਈ ਪਿਤਾ ਜੀ ਦੀ ਇਹ ਸਮਾਧੀ ਖੁੱਲ ਜਾਵੇਗੀ ਜੇ ਸੁਹਿਤ ਜੋਗੀ ਇਹ ਸਮਾਧੀ ਜਿਹੜੀ ਵੈ ਅਗਾਧ ਹੈ ਬੜੀ ਡੂੰਗੀ ਸਤਿਗੁਰੂ ਸਮਾਧੀ ਜਿਹੜੀ ਸਮਾਧੀ ਨੂੰ ਜੋਗੀ ਬੜੇ ਜਤ ਤੇ ਸਾਧਨ ਸਾਧਦੇ ਐ ਪਰ ਹੈ ਵਿਖੇਪ ਧਿਆਨ ਕੇ ਮਾਹੀ ਇਹ ਇਸ ਕਰਕੇ ਵਿਗਣ ਪੈ ਜਾਵੇਗਾ ਬਿਰਤ ਅਡੋਲ ਟਿਕਹਿ ਤਾ ਫਿਰ ਸੱਚੇ ਪਾਤਸ਼ਾਹ ਜੀ ਦੀ ਸਮਾਧੀ ਡੋਲ ਜਾਵੇਗੀ ਭਾਵ ਫਿਰ ਟਿਕਾ ਗਾ ਬਿਰਤੀ ਨਹੀਂ ਟਿਕੇਗੀ ਅਪਰ ਵਸਤ ਤਹ ਪਾਏ ਨ ਕੋਈ ਤੇ ਬੀਬੀ ਭਾਨੀ ਜੀ ਫਿਰ ਆਸੇ ਪਾਸੇ ਵੇਖਦੇ ਆ ਵੀ ਚਲੋ ਇਹਦੇ ਥੱਲੇ ਕੋਈ ਡੇਲੀ ਡਿੱਕਰ ਆਦਿਕ ਦੇ ਦਈਏ ਵੇਨ ਕੋਈ ਵਸਤੂ ਨਾ ਦਿਸੀ ਜਦ ਪਾਵੈ ਤਰੇ ਤਰੇ ਹਿਤ ਜੋਈ ਤੇ ਵੀ ਜਿਹੜੀ ਪਾਵੇ ਦੇ ਹੇਠਾਂ ਰੱਖ ਦਿੱਤੀ ਜਾਵੇ ਚਾਹਾਂ ਦਿਸ਼ ਦ੍ਰਿਗਨ ਚਲਾਏ ਨਿਹਾਰਾ ਬੀਬੀ ਜੀਆਂ ਚਾਰੇ ਪਾਸੇ ਨਿਗਾਹ ਮਾਰੀ ਹੈ ਵੇਖਿਆ ਹੈ ਨਹਿ ਦੇਣ ਵਾਸਤੇ ਥੱਲੇ ਕੋਈ ਉਹੋ ਜਿਹੇ ਵਸਤੂ ਨਹੀਂ ਪ੍ਰਾਪਤ ਦਿਸੀ ਨਹੀਂ ਉਸ ਚੁਬਾਰਾ ਸਾਹਿਬ ਦੇ ਅੰਦਰ ਉਤਲਾਵਤ ਨੇ ਦੀਨ ਸਹਾਥ ਤੇ ਫਿਰ ਕਾਲੀ ਨਾਲ ਫਿਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਇਧਰ ਭਾਰ ਪਾਉਣ ਹੀ ਲੱਗੇ ਸੀਗੇ ਤੇ ਕਾਲੀ ਦੇ ਨਾਲ ਬੀਬੀ ਭਾਨੀ ਜੀ ਆਪਣਾ ਹਾਥੀ ਉਹਦੇ ਹੇਠਾਂ ਦੇ ਦਿੱਤਾ ਹੈ ਨਹਿ ਡੋਲੇ ਚੌਂਕੀ ਤਿਹ ਸਾਥ ਤੇ ਮਹਾਰਾਜ ਨੇ ਜਦੋਂ ਭਾਰ ਪਾਇਆ ਤੇ ਫਿਰ ਚੌਂਕੀ ਨੀ ਡੋਲੀ ਭਾਵ ਬੀਬੀ ਭਾਨੀ ਜੀ ਹੱਥ ਦੇ ਦਿੱਤਾ ਉਹ ਪਾਵੇ ਹੇਠਾਂ ਜਿਸ ਕਰਕੇ ਹੱਥ ਦੇਣ ਕਾਰਨ ਚੌਂਕੀ ਡੋਲਣੋਂ ਰਹਿ ਗਈ ਹੈ ਚਾਹ ਪਾਵੇ ਪਰ ਇੱਕ ਸਮ ਭਾਰੂ ਤੇ ਹੁਣ ਚੌਂ ਪਾਵਿਆਂ ਤੇ ਇੱਕੋ ਵਰਗਾ ਭਾਰ ਪੈ ਚੁੱਕਿਆ ਪੈ ਰਿਹਾ ਹੈ ਹੋਤ ਭਇਓ ਸਭ ਲੀਨ ਸਹਾਰੂ ਤੇ ਇਸ ਤਰ੍ਹਾਂ ਫਿਰ ਬੀਬੀ ਭਾਨੀ ਜੀ ਹੱਥ ਦੇ ਕਰਕੇ ਤੇ ਬਰਾਬਰ ਜਿਹੜਾ ਵਾ ਦੇ ਦਿੱਤਾ ਭਾਰ ਤੇ ਸਾਰੇ ਪਾਸੇ ਇਸ ਤਰ੍ਹਾਂ ਭਾਰ ਬਰਾਬਰ ਹੋ ਰਿਹਾ ਸਹਾਰਾ ਜਿਹਾ ਦੇ ਦਿੱਤਾ ਹੈ ਤਨ ਇਸਤਰੀ ਕਰ ਕੋਮਲ ਕਰ ਹੈ ਤੇ ਬਾਕੀ ਇਹ ਮਾਈਆਂ ਦਾ ਜਿਹੜਾ ਸਰੀਰ ਹੁੰਦਾ ਉਹ ਹੱਥ ਪੈਰ ਥੋੜੇ ਕੋਮਲ ਹੁੰਦੇ ਆ ਹੱਥ ਬੀਬੀ ਜੀ ਦੇ ਬਹੁਤ ਕੋਮਲ ਹਨ ਭਇਓ ਭਾਰ ਤੇ ਪੀੜਤ ਤਰ ਹੈ ਤੇ ਕਹਿੰਦੇ ਆ ਕਿ ਜਦੋਂ ਪੀੜ ਦਰਦ ਹੋਇਆ ਭਾਵ ਪੀੜਾ ਸਾਹਿਬ ਜਿਹੜੀ ਚੌਂਕੀ ਦਾ ਪਾਵਾ ਥੱਲੇ ਤਿੱਖੇ ਹੁੰਦੇ ਆ ਪਾਵ ਜਿਵੇਂ ਉਹ ਕਢਾਈ ਬਣੀ ਹੁੰਦੀ ਹੈ ਨਾ ਹੇਠੋਂ ਤਿੱਖੇ ਕੀਤੇ ਹੁੰਦੇ ਪਾਵੇ ਇਸ ਤਰ੍ਹਾਂ ਉਹਦਾ ਪਾਵਾ ਸੀ ਮਹਾਰਾਜ ਦੀ ਚੌਂਕੀ ਦਾ ਜਦੋਂ ਫਿਰ ਉਹ ਭਾਰ ਪਿਆ ਮਹਾਰਾਜ ਦੇ ਸਰੀਰ ਦਾ
ਤੋ ਹੱਥ ਜਿਹੜਾ ਬਹੁਤ ਜਿਹੜਾ ਚੌਂਕੀ ਹੇਠਾਂ ਹੋਣ ਕਰਕੇ ਵਧੇਰੇ ਦਰਦ ਹੋ ਰਿਹਾ ਹੈ। ਤਉ ਨ ਕਰਿਓ ਡੁਲਾਵਨ ਕਰ ਕੋ। ਪਰ ਤਾਂ ਵੀ ਬੀਬੀ ਭਾਨੀ ਨੇ ਹੱਥ ਪਿੱਛੇ ਨਾ ਖਿੱਚਿਆ, ਡਲਾਉਣਾ ਨਹੀਂ ਕੀਤਾ ਹੈ। ਬੈਠੀ ਰਹੀ ਧੀਰ ਧਰ ਉਰ ਕੋ। ਤੇ ਇਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਦਾ ਧਿਆਨ ਧਰ ਕੇ ਧੀਰਜ ਰੱਖ ਕੇ ਬੈਠੀ ਰਹੀ ਹੈ। ਪਾਵਾ ਰਹਿਓ ਹਥੇਰੀ ਗੱਡ ਕੈ। ਤੇ ਪਾਵਾ ਜਿਹੜਾ ਨਾ ਉਹ ਮਹਾਰਾਜ ਦੀ ਚੌਂਕੀ ਦਾ ਉਹ ਹੱਥ ਦੇ ਵਿੱਚ ਗੱਡਿਆ ਗਿਆ ਹੈ। ਨਹੀਂ ਨਿਕਾਸਤ ਤਿਹ ਥਲ ਛੱਡ ਕੈ। ਪਰ ਫੇਰ ਵੀ ਬੀਬੀ ਭਾਨੀ ਜੀ ਉਹ ਪਾਵਾ ਜਿਹੜਾ ਵਾ ਉਹਦੇ ਹੱਥ ਵਿੱਚੋਂ ਹੱਥ ਪਾਵੇ ਤੋਂ ਪਿੱਛੇ ਨਹੀਂ ਖਿੱਚਦੇ ਆ। ਪਾਵਾ ਤਿੱਖਾ ਹੋਣ ਕਰਕੇ ਹੱਥ ਵਿੱਚ ਗੱਡਿਆ ਗਿਆ ਹੈ। ਪੁਰਖਨ ਕੋ ਦੁਸ਼ਕਰ ਬਹ ਜੋਈ। ਚਾਹੇ ਪੁਰਖੀ ਹੋਵੇ ਕੋਈ ਭਾਵ, ਇਹ ਤਾਂ ਫਿਰ ਵੀ ਬੀਬੀ ਭਾਨੀ ਜੀ ਇਸਤਰੀ ਹਨ। ਜੇ ਕੋਈ ਬੰਦਾ ਪੁਰਖ ਵੀ ਹੋਵੇ ਤੇ ਉਹਨਾਂ ਵਾਸਤੇ ਵੀ ਕੰਮ ਬੜਾ ਔਖਾ ਹੈ। ਹੱਥ ਵੀ ਕਰੜੇ ਤਾਂ ਵੀ ਇਹ ਬੜਾ ਔਖਾ ਕਾਰਜ ਹੈ। ਭਗਤ ਪਿਤਾ ਕੀ ਹਿਤ ਕੀ ਸੋਈ। ਜਿਹੜਾ ਬੀਬੀ ਭਾਨੀ ਜੀਆਂ ਗੁਰਪਿਤਾ ਦੀ ਭਗਤੀ ਵਿੱਚ ਪ੍ਰੇਮ ਵਿੱਚ ਭਿੱਜ ਕੇ ਕੀਤਾ ਕਾਰਜ ਕੌਤਕ। ਪ੍ਰਾਤ ਹੋਤ ਲਗ ਨਾਹਿਨ ਚਾਲੀ। ਤੇ ਐਸੇ ਤਰ੍ਹਾਂ ਫਿਰ ਬੈਠੇ ਰਹੇ ਆ ਬੀਬੀ ਜੀ। ਤੇ ਪ੍ਰਾਤ ਦਿਨ ਨੂੰ ਕਹਿੰਦੇ ਆ। ਅੰਮ੍ਰਿਤ ਵੇਲਾ ਜਿੰਨਾ ਸਮਾਂ ਨਹੀਂ ਨਾ ਹੋ ਰਿਹਾ ਉਹਨਾਂ ਸਮਾਂ ਹਿੱਲੇ ਨਹੀਂ ਹਨ, ਹੱਥ ਨਹੀਂ ਹਿਲਾਇਆ। ਮਨਹ ਮੂਰਤੀ ਚਿੱਤਰ ਨਿਕਾਲੀ। ਐਂ ਬੈਠੇ ਹੋਏ ਬੀਬੀ ਭਾਨੀ ਜੀ ਐਨ ਸੁੰਨ ਮਨ ਹੋ ਕੇ, ਜਿਵੇਂ ਸਰੀਰ 'ਚ ਸਾਹ ਹੀ ਨਹੀਂ ਹੁੰਦੇ, ਜਿਵੇਂ ਕੰਧ ਤੇ ਲਾਈ ਹੋਈ ਚਿੱਤਰੀ ਹੋਈ ਫੋਟੋ ਨਹੀਂ ਨਾ ਹਿਲਦੀ, ਇਸ ਤਰ੍ਹਾਂ ਕਹਿੰਦੇ ਜਿਵੇਂ ਚਿੱਤਰ ਨਹੀਂ ਹਿਲਦਾ, ਐਨ ਇੱਕ ਰਸ ਬੈਠੇ ਹੋਏ ਆ। ਪੂਜਾ ਸੂਨ ਕੰਧੇ ਲਗ ਪਈ। ਪਰ ਉਹ ਪਾਵੇ ਦੇ ਭਾਰ ਦੇ ਨਾਲ ਖੁੱਬਣ ਕਰਕੇ ਨਾ ਉਹ ਜਿਹੜੀ ਬਾਂਹ ਆ ਬੀਬੀ ਜੀ ਦੀ, ਉਹ ਜਿਹੜੀ ਸੱਜਾ ਹੱਥ ਸੱਜੀ ਬਾਂਹ ਹੈ ਉਹ ਮੋਢੇ ਤੀਕਰ ਐਨ ਸੁੰਨੀ ਹੋ ਗਈ ਹੈ। ਉਤਰਿਓ ਰੁਧਿਰ ਲਾਲ ਹੋਏ ਗਈ। ਤੇ ਖੂਨ ਉਹ ਜ਼ਖਮ ਕਰਕੇ ਉਤਰਨ ਕਰਕੇ ਉਹ ਸਾਰਾ ਹੱਥ ਤੇ ਬਾਂਹ ਵੀ ਲਾਲ ਹੋ ਰਹੀ ਹੈ। ਧਿਆਨ ਹਟਾਵਨ ਸਮੋ ਭਇਓ ਜਬ। ਇਧਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਸਮਾਧੀ ਤੋਂ ਉਥਾਨ ਹੋਣ ਦਾ ਜਦੋਂ ਸਮਾਂ ਹੋਇਆ, ਨੇਤਰ ਉਘੇੜਨ ਦਾ, ਸਮਾਧੀ ਛੱਡਣ ਦਾ ਸਮਾਂ ਹੋਇਆ। ਕਮਲ ਬਿਲੋਚਨ ਬਿਗਸਤ ਭੇ ਤਬ। ਤੇ ਮਹਾਰਾਜ ਜੀ ਆਪਣੇ ਪਾਵਨ ਪਵਿੱਤਰ ਜਿਹੜੇ ਨੇਤਰ ਉਘੇੜੇ ਆ, ਸਮਾਧੀ ਉਥਾਨ ਹੋਏ ਸਤਿਗੁਰੂ ਜੀ। ਬੈਠੀ ਸੁਤਾ ਸਮੀਪ ਨਿਹਾਰੀ। ਤੇ ਜਦੋਂ ਹਜੂਰ ਨੇ ਆਪਣੀ ਪੁੱਤਰੀ ਬੀਬੀ ਭਾਨੀ ਜੀਆਂ ਨੂੰ ਪਾਸ ਬੈਠਿਆਂ ਵੇਖਿਆ ਹੈ। ਬਾਹਰੋਂ ਦ੍ਰਿਸ਼ਟ ਪੂਜਾ ਪਰ ਡਾਰੀ। ਪਹਿਲਾਂ ਬੀਬੀ ਜੀ ਵੱਲ ਵੇਖਿਆ ਤੇ ਫਿਰ ਸਤਿਗੁਰਾਂ ਬੀਬੀ ਭਾਨੀ ਜੀ ਦੀ ਬਾਂਹ ਵੱਲ ਨਿਗਾਹ ਜਦੋਂ ਮਾਰੀ ਹੈ। ਥੂਲ ਨਸਾ ਸ਼ਰੋਨਤ ਪਰ ਰਹਿਓ। ਤੇ ਸਾਰੀ ਬਾਂਹ ਜਿਹੜੀ ਆ ਉਹ ਸੁੱਜ ਚੁੱਕੀ ਸੀ ਤੇ ਬਹੁਤ ਜਿਹੜਾ ਵਾ ਨਾ ਖੂਨ ਵਹਿ ਰਿਹਾ ਹੇਠਾਂ ਨੂੰ, ਜਿਵੇਂ ਬਾਂਹ ਵਿੱਚ ਲਹੂ ਭਰਿਆ, ਨੀਲੀ ਬਾਂਹ ਹੋ ਕੇ ਸੁੱਜ ਰਹੀ ਹੈ। ਸ਼੍ਰੀ ਸਤਿਗੁਰ ਬੂਝਨ ਹਿਤ ਕਹਿਓ। ਕਿਉਂਕਿ 2.5-3 ਘੰਟੇ ਦਾ ਸਮਾਂ ਹੋ ਚੁੱਕਾ ਸੀ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੀਬੀ ਜੀ ਦਾ ਇਹ ਬੜਾ ਵੱਡਾ ਹੱਠ ਵੇਖ ਕੇ ਤੇ ਪੁੱਛਣਾ ਕੀਤਾ ਹੈ। ਇਹੋ ਕਿਆ ਕੀਨ ਰਹੀ ਕਿਉਂ ਬੈਸੀ। ਮਹਾਰਾਜ ਕਹਿੰਦੇ ਪੁੱਤਰੀ ਇੱਥੇ ਕਿਉਂ ਬੈਠੇ ਤੇ ਆ ਜਿਹੜਾ ਕਾਰਜ ਤੁਸਾਂ ਹੇਠਾਂ ਪੀੜੇ ਦੇ ਹੱਥ ਦੇਣ ਵਾਲਾ ਕਿਉਂ ਕੀਤਾ ਹੈ। ਭੁਜ ਪਰ ਪੀੜਨ ਦੀਖਤ ਐਸੀ। ਤੇ ਜਿਹੜੀ ਹੈ ਨਾ ਵੇਖ ਤੇਰੀ ਬਾਂਹ ਦੇ ਉੱਪਰ ਸਾਫ਼ ਪ੍ਰਤੱਖ ਕਿੰਨੀ ਪੀੜਾ ਦਰਦ ਨੀਲੀ ਹੋਈ ਬਾਂਹ ਦਿਸ ਰਹੀ ਹੈ। ਸੁਨ ਬੋਲੀ ਵੱਡ ਭਾਗਾ ਭਾਨੀ। ਵੱਡੇ ਭਾਗਾਂ ਵੇਲੇ ਬੀਬੀ ਭਾਨੀ ਜੀ ਪਿਤਾ ਤੋਂ ਇਹ ਸੁਣ ਕੇ ਬੋਲੇ ਆ। ਪਿਤ ਜੀ ਪਾਵੈ ਹੀਨ ਪਛਾਨੀ। ਤੇ ਪਿਤਾ ਜੀ ਜਦੋਂ ਅਸੀਂ ਆਏ ਤੇ ਤੁਹਾਡਾ ਇਹ ਭਾਵ ਆਂਢੀ ਹੋਣ ਕਰਕੇ ਚੌਂਕੀ ਤੇ 3 ਲੱਤਾਂ ਤੇ ਭਾਰ ਭਾਵ ਮਹਾਰਾਜ ਦਾ ਭਾਰ ਹੋਣ ਕਰਕੇ ਜਿਵੇਂ 3 ਲੱਤਾਂ ਤੋਂ ਡੋਲਣ ਦਾ ਡਿੱਗਣ ਦਾ ਵੀ ਡਰ ਹੈ ਨਾ। ਤੋ ਪਿਤਾ ਜੀ ਜਦੋਂ ਅਸੀਂ ਇਹ ਵੇਖਿਆ ਏ ਭਾਵ ਆਂਡਾ ਵੇਖਿਆ ਪੀੜਾ ਸਾਹਿਬ ਨੂੰ ਜਾਂ ਚੌਂਕੀ ਤੁਹਾਡੀ ਨੂੰ, ਨਿਕਟ ਬਿਲੋਕਨ ਕਛੂ ਨ ਕੀਨ। ਅਸੀਂ ਲੱਭਦੇ ਰਹੇ ਵੀ ਇਹਦੇ ਹੇਠਾਂ ਕੋਈ ਵਸਤੂ ਲਾ ਦਈਏ ਪਰ ਕੁਝ ਮਿਲਿਆ ਨਾ। ਜਾਂ ਤੇ ਹੱਥ ਤਰੇ ਮੈਂ ਦੀਨ। ਤੇ ਉਹਨੇ ਨੂੰ ਆਪ ਜੀ ਇੱਧਰ ਭਾਰ ਪਾਉਣ ਲੱਗੇ ਤੇ ਫਿਰ ਕਾਹਲੀ ਨਾਲ ਮਹਾਰਾਜ ਅਸੀਂ ਹਾਥੀ ਹੇਠਾਂ ਦੇ ਦਿੱਤਾ। ਡੋਲੇ ਤੇ ਸਮਾਧ ਛੁੱਟ ਜਾਏ। ਅਸੀਂ ਸੋਚਿਆ ਪਿਤਾ ਜੀ ਜੇ ਤੁਸੀਂ ਡੋਲੋਗੇ
ਤੇ ਤੁਹਾਡੀ ਸਮਾਧੀ ਜਿਹੜੀ ਉਹ ਛੁੱਟ ਜਾਵੇਗੀ। ਰਾਖੀ ਜਾਂ ਤੇ ਸਥਿਤ ਟਿਕਾਏ। ਇਸ ਕਰਕੇ ਅਸੀਂ ਆਪਣਾ ਹੱਥ ਬਾਂਹ ਜਿਹੜੀ ਵਾ ਉਹ ਟਿਕਾ ਕੇ ਤੁਹਾਡੀ ਜਿਹੜੇ ਵਾ ਉਹ ਪੀੜਾ ਸਾਹਿਬ ਦੇ ਹੇਠਾਂ ਚੌਂਕੀ ਹੇਠਾਂ ਦੇ ਰੱਖੀ ਹੈ। ਤਬ ਸ਼੍ਰੀ ਸਤਿਗੁਰ ਤਰੇ ਉਤਰ ਕੈ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਉਹ ਚੌਂਕੀ ਤੋਂ ਹੇਠਾਂ ਉਤਰੇ ਆ। ਹਾਥ ਨਿਕਾਸਿਓ ਪ੍ਰੇਮ ਨਿਹਰ ਕੈ। ਮਹਾਰਾਜ ਨੇ ਬੀਬੀ ਭਾਨੀ ਜੀਆਂ ਦਾ ਪ੍ਰੇਮ ਵੇਖ ਕੇ ਇਹਨਾਂ ਦਾ ਹੱਥ ਕੱਢਿਆ, ਉਹ ਚੌਂਕੀ ਦੇ ਹੇਠੋਂ ਖੁੱਬਿਆ ਪਾਵਾ ਪੱਟਿਆ ਹੈ। ਗਰਤ ਹਥੇਰੀ ਬਿਖੇ ਨਿਹਾਰਾ। ਤੇ ਮਹਾਰਾਜ ਜੀਆਂ ਨੇ ਜਿਹੜੀ ਹਥੇਲੀ ਆ ਨਾ ਉਹਦੇ ਵਿੱਚ ਬਹੁਤ ਡੂੰਘਾ ਟੋਆ ਪਿਆ ਹੋਇਆ ਹੱਥ ਵਿੱਚ ਵੇਖਿਆ ਹੈ, ਡੂੰਘ ਪਿਆ ਵੇਖਿਆ ਹੈ। ਕਹਿਓ ਖੇਦ ਬੀਬੀ ਕੇ ਮਤਾਰਾ। ਤੇ ਮਹਾਰਾਜ ਕਹਿੰਦੇ ਪੁੱਤਰੀ ਤੁਸੀਂ ਕਾਹਨੂੰ ਆ ਜਿਹੜਾ ਭਾਰੀ ਦੁੱਖ ਸਹਾਰਨਾ ਕੀਤਾ ਹੈ। ਪਿਤ ਜੀ ਹਮਰੀ ਮਤ ਅਨਜਾਨੀ। ਤੇ ਬੀਬੀ ਭਾਨੀ ਜੀ ਕਹਿੰਦੇ ਆ ਹੇ ਗੁਰਪਿਤਾ ਜੀ ਮਹਾਰਾਜ ਸਾਡੀ ਮਤ ਨਿਆਣੀ ਹੈ, ਅਣਜਾਣ ਮਤ ਹੈ। ਹੋਏ ਨ ਸਕਹਿ ਸੇਵ ਗੁਣ ਖਾਨੀ। ਤੇ ਮਹਾਰਾਜ ਸਾਥੋਂ ਤੁਹਾਡੀ ਸੇਵਾ ਨਹੀਂ ਹੋ ਪਾਉਂਦੀ। ਕਿੱਡੀ ਸੇਵਾ ਹੈ ਬੀਬੀ ਭਾਨੀ ਜੀ ਆਦੀ। ਤੇ ਫੇਰ ਵੀ ਉਹ ਕਹਿ ਰਹੇ ਵੀ ਪਿਤਾ ਜੀ ਅਸੀਂ ਅਣਜਾਣ ਆ, ਥੋੜੀ ਮਤ ਵਾਲੇ ਆ ਤੇ ਸਾਥੋਂ ਸੇਵਾ ਨਹੀਂ ਹੋ ਪਾਉਂਦੀ ਹੈ। ਨਿਸ ਬਾਸੁਰ ਮੈਂ ਰਹਿਤ ਬਿਸੂਰਤ। ਇਸ ਕਰਕੇ ਅਸੀਂ ਦਿਨ ਰਾਤ ਹੀ ਝੂਰਦੇ ਰਹਿੰਦੇ ਸੀ ਵੀ ਪਿਤਾ ਜੀ ਸਾਥੋਂ ਤੁਹਾਡੀ ਰੱਜ ਕੇ ਸੇਵਾ ਨਹੀਂ ਬਣ ਆਉਂਦੀ ਹੈ। ਅਹੋ ਆਪ ਪਰਮੇਸ਼ਰ ਮੂਰਤ। ਕਿਉਂਕਿ ਆਪ ਪਰਮੇਸ਼ਰ ਪ੍ਰਭੂ ਅਕਾਲ ਪੁਰਖ ਦੀ ਮੂਰਤ ਸਰੂਪ ਹੋ। ਸਫਲ ਨੇਤਰ ਜੇ ਦਰਸ਼ਨ ਕਰੇ। ਮਹਾਰਾਜ ਜਿਹੜੇ ਨੇਤਰ ਤੁਹਾਡੇ ਦਰਸ਼ਨ ਕਰ ਲੈਣ ਉਹ ਨੇਤਰ ਵੀ ਸਫਲੇ ਹੋ ਜਾਂਦੇ ਆ। ਹਾਥ ਸਫਲ ਟਹਿਲ ਜੋ ਅਨੁਸਰੇ। ਤੇ ਜਿਹੜੇ ਤੁਹਾਡੀ ਸੇਵਾ ਦੇ ਅਨੁਸਾਰੀ ਹੱਥ ਹੈ, ਸੇਵਾ ਨਾਲ ਪ੍ਰੇਮ ਕਰਦੇ ਹੋ, ਹੱਥ ਵੀ ਸਫਲੇ ਐ। ਹਿਰਦਾ ਸਫਲ ਜਿਸ ਮਹਿ ਤੁਮ ਬਾਸੋ। ਇਹ ਪਿਤਾ ਜੀ ਜਿਸ ਹਿਰਦੇ ਮਨ ਵਿੱਚ ਤੁਸੀਂ ਰਹਿੰਦੇ ਹੋ ਉਹ ਸਿੱਖਾਂ ਦੇ ਹਿਰਦੇ ਵੀ ਸਫਲੇ ਐ। ਚਰਨ ਸਫਲ ਤੁਮ ਹਿਤ ਚਲ ਜਾਸੋ। ਤੇ ਉਹ ਚਰਨ ਸਫਲੇ ਐ ਜਿਹੜੇ ਚੱਲ ਕੇ ਮਹਾਰਾਜ ਤੁਹਾਡੇ ਦਰਸ਼ਨਾਂ ਨੂੰ ਆਉਂਦੇ ਐ। ਸਕਲ ਸਰੀਰ ਸਫਲ ਵੱਡ ਭਾਗੇ। ਮਹਾਰਾਜ ਸਾਰਾ ਸਰੀਰ ਹੀ ਸਫਲ ਹੈ, ਵੱਡੇ ਭਾਗਾਂ ਵਾਲੇ ਗੁਰਸਿੱਖਾਂ ਦਾ ਜਿਹੜੇ ਤੁਹਾਡੀ ਜਿਹੜੀ ਸੇਵਾ ਕਰਨ ਵਾਲੇ ਐ। ਜੋ ਰਾਵਰ ਕੀ ਸੇਵਾ ਲਾਗੇ। ਉਹ ਸਫਲੇ ਸਿੱਖਾਂ ਦੇ ਦੇਹੀਆਂ, ਸਿੱਖਾਂ ਦੇ ਸਰੀਰ ਸਫਲੇ ਐ। ਇਹ ਗੁਰੂ ਅਮਰਦਾਸ ਗੁਰਪਿਤਾ ਜੀ ਜਿਹੜੇ ਤੁਹਾਡੀ ਸੇਵਾ ਵਿੱਚ ਲੱਗੇ ਹੋਏ ਐ। ਸੁਨ ਤਨ ਜਾ ਕੇ ਬਚਨ ਸੁਹਾਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਆਪਣੀ ਪੁੱਤਰੀ ਬੀਬੀ ਭਾਨੀ ਜੀਆਂ ਦੇ ਜਦੋਂ ਬਚਨ ਸੁਣੇ ਤੇ ਬੜੇ ਸੁੰਦਰ ਲੱਗੇ ਐ, ਤਰੁਠੇ ਐ। ਵੇਖ ਦੁਸ਼ ਕਰਮ ਕੀਨ ਜਿਸ ਭਾਏ। ਤੇ ਮਹਾਰਾਜ ਨੇ ਵੇਖਿਆ ਵੀ ਜਿਸ ਤਰ੍ਹਾਂ ਦੇ ਨਾਲ ਪ੍ਰੇਮ ਦੇ ਨਾਲ ਸਾਡੀ ਪੁੱਤਰੀ ਬੀਬੀ ਭਾਨੀ ਜੀਆਂ ਬੜਾ ਔਖਾ ਕਠਿਨ ਕੰਮ ਚੌਂਕੀ ਹੇਠਾਂ ਹੱਥ ਦੇਣ ਦਾ ਕੀਤਾ ਹੈ। ਹੋਏ ਪ੍ਰਸੰਨ ਬਰ ਦਇਓ ਸੁਜਾਨਾ। ਤੇ ਮਹਾਰਾਜ ਜੀ ਬੜੇ ਖੁਸ਼ ਹੋਏ ਐ, ਸੇਵਾ ਵੇਖ ਕੇ ਵਰਦਾਨ ਦਿੱਤਾ ਸਤਿਗੁਰਾਂ ਨੇ। ਸੰਤਤ ਤੇਰੀ ਬਧੈ ਮਹਾਨਾ। ਮਹਾਰਾਜ ਕਹਿੰਦੇ ਪੁੱਤਰੀ ਭਾਨੀ ਤੁਹਾਡੀ ਜਿਹੜੀ ਸੋਢ ਵੰਸ ਕੁਲ ਹੈ ਨਾ ਇਹ ਬਹੁਤ ਵਿਸਤਰਤ ਹੋਵੇਗੀ, ਬੜੀ ਵਧੇ ਫੁੱਲੇਗੀ। ਸਕਲ ਜਗਤ ਕੀ ਹੋਵਹਿ ਪੂਜ। ਤੇ ਸਾਰਾ ਸੰਸਾਰ ਤੁਹਾਡੀ ਸੋਢੀਆਂ ਦੀ ਕੁਲ ਨੂੰ ਪੂਜਿਆ ਕਰੇਗਾ। ਕਿਉਂਕਿ ਪਿੱਛੇ ਬੀਬੀ ਭਾਨੀ ਜੀ ਇੱਕ ਦਿਨ ਬੇਨਤੀ ਕੀਤੀ ਸੀ ਨਾ ਮਹਾਰਾਜ ਵੀ ਸਾਡੇ ਦੂਜੇ ਸੋਢੀ ਕਿੰਨਾ ਮਹਾਰਾਜ ਉਹ ਪੈਸੇ ਵਾਲੇ ਆ ਜਾਂ ਕਿੰਨੇ ਹੰਕਾਰੇ ਹੋਏ ਆ ਤੇ ਸਾਡੇ ਘਰ ਵਿੱਚ ਤਾਂ ਕੁਝ ਵੀ ਨਹੀਂ। ਤੋ ਮਹਾਰਾਜ ਫਿਰ ਸੱਚੇ ਪਾਤਸ਼ਾਹ ਜੀ ਨਿਹਾਲ ਕਰਦੇ ਹੋਏ ਸੇਵਾ ਤੋਂ ਪ੍ਰਤਰੁੱਠ ਕਰੇ। ਸਤਿਗੁਰੂ ਕਹਿੰਦੇ ਆ ਪੁੱਤਰੀ ਤੁਹਾਡੀ ਸੋਢ ਵੰਸ ਜਿਹੜੀ ਹੋਵੇਗੀ ਉਹ ਸਾਰੇ ਸੰਸਾਰ ਵਿੱਚ ਲੋਕ ਪੂਜਿਆ ਕਰਨਗੇ, ਪੂਜਵੇ ਯੋਗ ਹੋਣਗੇ। ਜੈਸੋ ਚੜਾ ਹੈ ਚੰਦਰਮਾ ਦੂਜ। ਜਿਵੇਂ ਕੋਈ ਦੂਜ ਦਾ ਚੰਦਰਮਾ ਮੱਸਿਆ ਤੋਂ ਅਗਲੇ ਦਿਨ ਚੜ੍ਹਦਾ ਹੈ। ਵੱਡ ਐਸ਼ਵਰਜ ਬਦ ਹੈ ਤਿਮ ਆਗੇ। ਤੇ ਫਿਰ ਉਹ ਵੱਧਦਾ ਜਾਂਦਾ ਨਾ ਦੂਜ ਤੋਂ ਤੀਜੇ ਦਿਨ ਚੌਥੇ ਦਿਨ ਬਾਅਦ ਦਿਨ ਹੀ ਚੰਦਰਮਾ ਕਿੰਨਾ ਵੱਧਦਾ ਦੂਜ ਦਾ। ਇਸ ਤਰ੍ਹਾਂ ਪੁੱਤਰੀ ਤੁਹਾਡਾ ਜਿਹੜਾ ਘਰ ਵਿੱਚ ਐਸਵਰਜ ਹੋਵੇਗੀ, ਸ਼ਾਨੋ ਸ਼ੌਕਤ, ਬਾਦਸ਼ਾਹਤ, ਮਾਇਆ, ਗਹਿਣਾ ਗੱਟਾ, ਮਾਲ, ਅਸਬਾਬ, ਭੰਡਾਰੇ ਇਹ ਦਿਨ ਬਾ ਦਿਨਿਓ ਵਧਣਗੇ ਜਿਵੇਂ ਦੂਜ ਦਾ ਚੰਦਰਮਾ ਵੱਧਦਾ ਹੈ। ਜੋ ਤਿਨ ਸੇਵ ਹੈ ਸੋ ਵੱਡ ਭਾਗੇ। ਜਿਹੜਾ ਤੁਹਾਡੀ ਵੰਸ਼ ਦੀ ਸੇਵਾ ਕਰੇਗਾ ਉਹ ਵੱਡੇ ਭਾਗਾਂ ਵਾਲਾ ਹੋਵੇਗਾ। ਆਗੇ ਬੰਸ ਬਿਖੈ ਨਿਪਜੈ ਹੈ। ਜਾਂ ਜਿਹੜੀ ਤੂੰ ਸੇਵਾ ਕੀਤੀ ਹੈ ਇਹ ਵੱਡੇ ਭਾਗਾਂ ਵਾਲੀ ਪੁੱਤਰੀ
ਤੋ ਇਸ ਕਰਕੇ ਤੁਹਾਡੀ ਅੱਗੇ ਬੰਸ ਦੇ ਵਿੱਚ ਕੋਈ ਇਹੋ ਜਿਹੇ ਵੀ ਪੈਦਾ ਹੋਣਗੇ ਮਹਾਬਲੀ, ਮਹਾਬਲੀ ਸੇ ਜਗ ਮਹਿ ਹਵੈ ਹੈ। ਜਿਹੜੇ ਸਾਰੇ ਸੰਸਾਰ ਵਿੱਚ ਬਹੁਤ ਬਲ ਰੱਖਣ ਵਾਲੇ ਸੂਰਮੇ ਯੋਧੇ ਜੰਮਣਗੇ ਤੁਹਾਡੀ ਕੁਲ ਦੇ ਅੰਦਰ, ਸ਼ਸਤਰ ਗਹਿ ਦੁਸ਼ਟਨ ਕੋ ਕਾਵਹਿ, ਜਿਹੜੇ ਹੱਥ ਵਿੱਚ ਸ਼ਾਸਤਰ ਪਕੜ ਕੇ ਦੁਸ਼ਟਾਂ ਦਾ ਨਾਸ਼ ਕਰਿਆ ਕਰਨਗੇ, ਆਪਨੋ ਅਧਿਕ ਪ੍ਰਤਾਪ ਵਧਾਵਹਿ, ਤੇ ਆਪਣਾ ਬਹੁਤ ਪ੍ਰਤਾਪ ਜਿਹੜਾ ਨਾ ਉਹ ਸੰਸਾਰ ਵਿੱਚ ਵਧਾਉਣਗੇ। ਬੜੇ ਭਾਰੀ ਸੂਰਮੇ ਤੁਹਾਡੇ ਘਰ ਵਿੱਚ ਪੈਦਾ ਹੋਣਗੇ। ਪਰਮ ਧਰਮ ਮੇਰੀ ਅਰ ਪੀਰੀ ਅਰ ਮੀਰੀ, ਹਾਂ, ਤੁਹਾਡੇ ਘਰ ਵਿੱਚ ਪੋਤੇ ਰੂਪ ਇਹੋ ਜਿਹੇ ਯੋਧੇ ਪੈਦਾ ਹੋਣਗੇ ਜਿਹੜੇ ਵੱਡੇ ਧਰਮੀ ਹੋਣਗੇ, ਮੀਰੀ ਪੀਰੀ ਦੇ ਮਾਲਕ ਹੋਵਣਗੇ, ਤਰਹਿ ਆਪ ਦੇ ਅਪਰਤ ਗੀਰੀ, ਤੇ ਆਪ ਧਾਰਨ ਕਰਨਗੇ। ਮੀਰੀ ਪੀਰੀ ਭਾਵ ਪੀਰਾਂ ਪਾਤਸ਼ਾਹ ਦੇ ਬਾਦਸ਼ਾਹ ਹੋਣਗੇ, ਤੇ ਫਕੀਰਾਂ ਚੋਂ ਵੱਡੇ ਫਕੀਰ ਨਿਰਲੇਪ ਹੋਣਗੇ। ਤੇ ਇਸੇ ਤਰ੍ਹਾਂ ਜਿਹੜੀ ਹੈ ਉਹ ਹੋਰ ਪਾਸੇ ਵੀ ਹੋਰਾਂ ਨੂੰ ਵੀ ਬੜੀ ਭਾਰੀ ਜਿਹੜੀ ਉਹ ਬਖਸ਼ਿਸ਼ਾਂ ਕਰਨਗੇ। ਭਾਵ ਪੂਰਬਲੀ ਰੀਤੀ ਬਦਲ ਦੇਣਗੇ ਸੰਸਾਰ ਤੇ ਆ ਕਰਕੇ। ਭਾਵ ਕੇਵਲ ਨਾਮ ਜਪਣ ਤੀਕਰ ਨਹੀਂ, 7 ਸਿਪਾਹੀ ਤੁਹਾਡੀ ਕੁਲ ਵਿੱਚ ਹੋਵਣਗੇ। ਕਿਥੇ ਪੀਰੀ ਆ ਨਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਕੱਲੀ, ਉਹ ਨਾਲ ਮੀਰੀ ਵੀ ਹੋਵੇਗੀ, ਪਾਤਸ਼ਾਹੀ ਵੀ ਲੈ ਆਉਣਗੇ। ਕਲ ਜੁਗ ਮਹਿ ਜਹ ਕਹਿ ਜੈਕਾਰੋ, ਤੇ ਤੁਹਾਡੀ ਕੁਲ ਦੇ ਸੂਰਮਿਆਂ ਦੀ ਕਲਯੁਗ ਦੇ ਅੰਦਰ ਜੈ ਜੈਕਾਰ ਸਭ ਪਾਸੇ ਹੋਇਆ ਕਰੇਗੀ। ਕਰਹਿ ਉਧਾਰਨ ਨਰਨ ਹਜ਼ਾਰੋ, ਲੱਖਾਂ ਹਜ਼ਾਰਾਂ ਪ੍ਰਾਣੀਆਂ ਦਾ ਉਧਾਰ ਤੁਹਾਡੀ ਕੁਲ ਜਿਹੜੀ ਵੈ ਸੋਢ ਵੰਸ਼ ਵਿੱਚ ਅਵਤਰੇ ਸੂਰਮੇ ਯੋਧੇ ਕਰਿਆ ਕਰਨਗੇ। ਸੋਢ ਬੰਸ ਕਹ ਵੱਡ ਵਡਿਆਈ, ਤੇ ਇਹੋ ਜੀ ਤੁਹਾਡੀ ਸੋਢ ਵੰਸ਼ ਦੀ ਵੱਡੀ ਵਡਿਆਈ ਆਖੀ ਜਾਵੇਗੀ ਸੰਸਾਰ ਦੇ ਅੰਦਰ। ਤੈਂ ਕਰ ਭਗਤ ਭਲੇ ਅਬ ਪਾਈ, ਇਹ ਵਡਿਆਈ ਸੋਢੀਆਂ ਨੂੰ ਤੁਸੀਂ ਭਗਤੀ ਕਰਕੇ ਹੁਣ ਪ੍ਰਾਪਤ ਜਿਹੜੀ ਵੈ ਕਰ ਲਈ ਹੈ। ਤੀਨਾ ਕਾਲ ਵੇਖੈ ਤੁਝ ਜੈਸੀ, ਤੇ ਤਿੰਨਾਂ ਕਾਲ ਭੂਤ ਭਵਿੱਖ ਤੇ ਵਰਤਮਾਨ ਤਿੰਨਾਂ ਸਮਿਆਂ ਵਿੱਚ ਹੀ ਹਵੈ ਨਾ ਹੈ ਹੋਵਹਿਗੀ ਐਸੀ। ਭਾਵ ਜਿਹੜੀ ਵਡਿਆਈ ਤੁਹਾਡੀ ਸੋਢੀਆਂ ਦੀ ਹੋਵੇਗੀ ਨਾ, ਸੋਢੀਆਂ ਵਰਗੇ ਯੋਧੇ ਸੂਰਮੇ ਨਾ ਤਾਂ ਸੰਸਾਰ 'ਚ ਪਹਿਲਾਂ ਆਏ ਐ, ਨਾ ਹੁਣ ਹਨ, ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋਣਗੇ। ਐਸਾ ਮਹਾਰਾਜ ਜੀ ਭਾਖਦੇ ਐ। ਪਿਤਾ ਗੁਰੂ ਜਗ ਗੁਰ ਹੋਏ ਕੰਤ, ਤੇ ਤੁਹਾਡੇ ਕਿਉਂਕਿ ਭਾਨੀ ਜੀ ਜਾਣੋ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਗੋਤਾ ਦੇ ਤੀਸਰੇ ਸਥਾਨ ਤੇ ਆ। ਤੁਹਾਡੇ ਪਿਤਾ ਵੀ ਗੁਰੂ ਹਨ, ਔਰ ਤੁਹਾਡੇ ਪਤੀ ਸ਼੍ਰੀ ਰਾਮਦਾਸ ਜੀ ਆਉਣ ਵਾਲੇ ਸਮੇਂ ਵਿੱਚ ਗੁਰੂ ਥਿਰ ਹੋਵਣਗੇ। ਪੁੱਤਰ ਗੁਰੂ ਹੋਏ ਪੌਤਰ ਮਹੰਤ, ਤੁਹਾਡੇ ਪੁੱਤਰ ਸ਼੍ਰੀ ਅਰਜਨ ਦੇਵ ਜੀ ਗੁਰੂ ਹੋਣਗੇ। ਤੁਹਾਡੇ ਪੁੱਤਰ ਜੇ ਪੋਤਰੇ ਭਾਵ ਸ਼੍ਰੀ ਹਰਗੋਬਿੰਦ ਰਾਏ ਵੱਲ ਮਹਾਰਾਜ ਇਸ਼ਾਰਾ, ਚਾਹੇ ਨਾਮ ਨਹੀਂ ਲੈ ਰਹੇ ਪਰ ਮਹਾਰਾਜ ਇਸ਼ਾਰੇ ਮਾਤਰ ਕਹਿ ਰਹੇ, ਹੇ ਭਾਨੀ ਅਸੀਂ ਪਿਤਾ ਤੁਹਾਡੇ ਗੁਰੂ, ਤੁਹਾਡੇ ਪਤੀ ਗੁਰੂ, ਤੁਹਾਡੇ ਪੁੱਤਰ ਗੁਰੂ, ਤੁਹਾਡੇ ਪੁੱਤਰ ਪੜੋਤਰਿਆਂ ਤੀਕਰ ਗੁਰੂ ਹੋਣਗੇ। ਕਿਆ ਅਬ ਕਹੈ ਤੋਰ ਵਡਿਆਈ, ਤੇ ਹੁਣ ਹੋਰ ਦੱਸੋ ਪੁੱਤਰੀ ਤੁਹਾਡੀ ਕੀ ਵਡਿਆਈ ਕਹੀ ਜਾਵੇ। ਜਿਸ ਕੀ ਸਮ ਕੋ ਹਵੈ ਨਾ ਸਕਾਈ, ਵੀ ਹੁਣ ਤੁਹਾਡੇ ਵਰਗਾ ਸੰਸਾਰ ਵਿੱਚ ਕੋਈ ਨਹੀਂ ਹੋਵੇਗਾ ਤੁਹਾਡੀ ਬਰਾਬਰੀ ਸੋਢੀਆਂ ਦੀ, ਜਾਂ ਇਹ ਪੁੱਤਰੀ ਤੇਰੇ ਵਰਗੀ ਸੇਵਾ ਤੇ ਤੇਰੇ ਵਰਗੇ ਵੱਡੇ ਭਾਗ ਹੋਰ ਕਿਸੇ ਦੇ ਨਹੀਂ। ਜਿਹਦਾ ਪਿਤਾ ਗੁਰੂ ਹੋਵੇ, ਪਤੀ ਗੁਰੂ ਹੋਵੇ, ਪੁੱਤਰ ਗੁਰੂ ਹੋਵੇ, ਪੋਤਰਾ ਗੁਰੂ ਹੋਵੇ, ਤੇ ਪੁੱਤਰ ਦਾ ਪੋਤਰਾ ਗੁਰੂ ਹੋਵੇ, ਪੋਤਰੇ ਦਾ ਪੋਤਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਗੁਰੂ ਹੋਣ। ਤੋ ਇਹੋ ਜੀ ਹੋਰ ਕਿਸੇ ਸੰਸਾਰ ਵਿੱਚ ਵੱਡੇ ਭਾਗਾਂ ਵਾਲਾ ਕੋਈ ਜੀਵ ਨਹੀਂ ਹੈ। ਅਤ ਪ੍ਰਸੰਨ ਸ਼੍ਰੀ ਅਮਰ ਕਿਰਪਾਲ, ਤੋ ਇਹੋ ਜੇ ਬਹੁਤੇ ਪ੍ਰਸੰਨ ਹੋਏ ਆ ਗੁਰੂ ਕਿਰਪਾਲੂ। ਗੁਰੂ ਅਮਰਦਾਸ ਜੀ ਬੜੇ ਤਰੁੱਠੇ ਆ ਬੀਬੀ ਭਾਨੀ ਜੀਆਂ ਤੇ। ਇਤਿਆਦਿਕ ਬਰਦੀਏ ਵਿਸਾਲ, ਇਸ ਤੋਂ ਇਲਾਵਾ ਬੜੇ ਭਾਰੀ ਵਰਦਾਨ ਜਿਹੜੇ ਦਿੱਤੇ ਆ। ਸੁਨ ਕਰ ਜੋਰਤ ਔਰ ਸਨਮਾਨੀ, ਤੋ ਇਸ ਤਰ੍ਹਾਂ ਮਹਾਰਾਜ ਦੇ ਪਾਵਨ ਬਚਨ ਸੁਣ ਕੇ ਹੱਥ ਵਿੱਚ ਭਾਵ ਆਪਣੇ ਦੋਵੇਂ ਹੱਥ ਬੀਬੀ ਭਾਨੀ ਜੀਆਂ ਜੋੜੇ ਆ ਤੇ ਹ੍ਰਿਦਯੋਂ ਮਹਾਰਾਜ ਦਾ ਸਨਮਾਨ ਸਤਿਕਾਰ ਕੀਤਾ ਹੈ। ਵੱਡ ਭਾਗਨ ਨੇ ਬੰਧਨ ਠਾਨੀ, ਵੱਡੇ ਭਾਗਾਂ ਵਾਲੇ ਹੋ ਬੀਬੀ ਭਾਨੀ ਜੀਆਂ ਸਤਿਗੁਰਾਂ ਨੂੰ ਮੱਥਾ ਟੇਕਿਆ ਹੈ। ਪਿਤ ਬਾਣੀ ਸਾਚੀ ਨਿਤ ਜਾਨੀ, ਤੇ ਗੁਰੂ ਪਿਤਾ ਦੀ ਬਾਣੀ ਨੂੰ ਜਾਣਿਆ ਵੀ ਮਹਾਰਾਜ ਦੇ ਬਚਨ ਕਦੇ ਝੂਠੇ ਨਹੀਂ ਜਾਂਦੇ। ਇਹ ਸਤਿਗੁਰੂ ਪਿਤਾ ਜੀ ਦੇ ਬਚਨ ਜ਼ਰੂਰ ਜਿਹੜੇ ਹੈ ਉਹ ਪੂਰੇ ਹੋਵਣਗੇ। ਬਰ ਦੇਵਨ
ਦੇਣ ਤੇ ਬਾਹਰ ਖਾਨੀ। ਤੇ ਵਰ ਲੈ ਕੇ ਪਿਤਾ ਜੀ ਤੋਂ ਬੀਬੀ ਜੀ ਬੜੇ ਖੁਸ਼ ਹੋਏ ਐ। ਆਇਸ ਲੈ ਗ੍ਰਹਿ ਬਿਖੈ ਸਿਧਾਈ। ਇਥੋਂ ਆਗਿਆ ਲੈ ਕੇ ਬੀਬੀ ਭਾਨੀ ਜੀ ਆਪਣੇ ਘਰ ਵਿੱਚ ਚਲੇ ਗਏ ਐ। ਸਰਬੋਤਮ ਪਦ ਕੋ ਨਿਜ ਪਾਈ। ਸਾਰੇ ਉੱਤਮ ਫਲ ਸੰਸਾਰ ਵਿੱਚੋਂ ਸਭ ਤੋਂ ਸ਼੍ਰੇਸ਼ਟ ਫਲ ਜਿਹੜੇ ਪਿਤਾ ਤੋਂ ਪ੍ਰਾਪਤ ਕੀਤੇ ਐ। ਸਦਾ ਭਗਤ ਕੇ ਬਸ ਗੁਰ ਸੁਆਮੀ। ਤੇ ਜਾਣੇ ਸਿੱਖ ਵੀ ਜਾਂ ਕਵੀ ਜੀ ਕਹਿੰਦੇ ਐ ਵੀ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਤਾਂ ਭਗਤਾਂ ਦੇ ਭਗਤੀ ਦੇ ਪ੍ਰੇਮ ਦੇ ਵਸ ਵਿੱਚ ਹਨ। ਦੇਤ ਅਦੇਯ ਜੋ ਅੰਤਰ ਜਾਮੀ। ਵੀ ਜੇ ਕੋਈ ਪ੍ਰੇਮ ਕਰੇ ਸਹੀ ਪਰਮੇਸ਼ਰ ਗੁਰੂ ਅਮਰਦਾਸ ਮਹਾਰਾਜ ਨੂੰ ਮਹਾਰਾਜ ਜੋ ਵੀ ਵਸਤੂ ਦੇ ਦਿੰਦੇ ਆ ਜਿਹੜੀ ਸੰਸਾਰ ਵਿੱਚ ਅਦੇਯ ਹੋਵੇ, ਭਾਵ ਜਿਹੜੀ ਨਾ ਦਿੱਤੀ ਜਾਣ ਵਾਲੀ ਹੋਵੇ ਨਾ, ਉਹੀ ਵਸਤੂ ਸਤਿਗੁਰੂ ਦੇ ਦਿੰਦੇ। ਕਿਤੇ ਪ੍ਰੇਮ ਕੋਈ ਕਰੇ ਸਹੀ ਤੋ ਇਹ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਦੀ ਬੇਅੰਤ ਵਡਿਆਈ ਹੈ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੀ ਬੇਅੰਤ ਮਹਿਮਾ ਕਵੀ ਜੀਆਂ ਲਿਖੀ ਹੈ ਕਿ ਮਹਾਰਾਜ ਉਹ ਵੀ ਵਸਤੂ ਦਿੰਦੇ ਆ ਜਿਹੜੀ ਸੰਸਾਰ ਵਿੱਚ ਨਹੀਂ ਵੀ ਦਿੱਤੀ ਜਾ ਸਕਦੀ। ਇਹੋ ਜਿਹੇ ਦਇਆ ਨਿਧ ਦਇਆ ਦੇ ਖਜ਼ਾਨੇ ਹਨ। ਭਾਵੇਂ ਸਤਿਗੁਰਾਂ ਦੀ ਖਾਲਸਾ ਜੀ ਉਹ ਪੰਜਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਆਉਂਦਾ ਹੈ ਨਾ, ਪੁੱਚੋ ਮੰਡੀ ਦੇ ਸਨ ਬਾਬਾ ਆਦਮ ਜੀ ਤੇ 72 ਵਰਿਆਂ ਦੀ ਉਮਰ ਸੀਗੀ ਤੇ ਮਹਾਰਾਜ ਦੇ ਸਾਰੇ ਪਾਸੋਂ ਨਿਰਾਸ਼ ਹੋ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਹਰਿਮੰਦਰ ਸਾਹਿਬ ਦੀ ਜਦੋਂ ਸੇਵਾ ਹੁੰਦੀ ਗਏ ਸੀ, ਲੱਕੜਾਂ ਦੀਆਂ ਭਰੀਆਂ ਲਿਆ ਕੇ ਬੜੀ ਸੇਵਾ ਕਰਿਆ ਕਰਦੇ। ਤੇ ਇੱਕ ਦਿਨ ਉਹ 2 ਲੱਕੜਾਂ ਦੀ ਭਰੀਆਂ ਲਿਆਉਂਦੇ, ਇੱਕ ਲੰਗਰ ਚ ਪਾਉਂਦੇ, ਇੱਕ ਜਮ੍ਹਾਂ ਕਰ ਛੱਡਦੇ ਸੀ। ਬੜੇ ਸਿਆਣੇ ਸੀਗੇ ਤੇ ਜ਼ਮੀਨ ਜਾਇਦਾਦ ਬਹੁਤ ਵੱਡੇ ਧਨਾੜ ਹੋਏ ਆ। ਤੇ ਉਹ ਵਾਹਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਇੱਕ ਵਾਰੀ ਗਏ ਕਿਤੇ ਯਾਤਰਾ ਤੇ ਆਉਂਦਿਆਂ ਝੜੀ ਲੱਗੀ ਹੋਈ, ਜਿਵੇਂ ਕਈ ਵਾਰ ਪੋਚ ਵੀ ਝੜੀ ਜੀ ਲੱਗ ਜਾਂਦੀ ਹੈ, ਇਸ ਤਰ੍ਹਾਂ ਸੰਗਤਾਂ ਦੇ ਕੱਪੜੇ ਭਿੱਜੇ ਹੋਏ ਤੇ ਬਹੁਤ ਠੰਡ ਲੱਗੇ। ਤੇ ਉਦੋਂ ਅਜੇ ਕੋਈ ਰਹਿਣ ਦਾ ਪ੍ਰਬੰਧ ਬਹੁਤਾ ਨਹੀਂ ਸੀ ਇੱਥੇ ਹਰਿਮੰਦਰ ਸਾਹਿਬ। ਤੇ ਗੁਰੂ ਰਾਮਦਾਸ ਮਹਾਰਾਜ ਜੀ ਸੁਭਾਇਕ ਹੀ ਕਹਿੰਦੇ ਵੀ ਜਿਹੜਾ ਅੱਜ ਸਾਡੇ ਸਿੱਖਾਂ ਦਾ ਪਾਲਾ ਦੂਰ ਕਰ ਦੇਵੇ, ਸਿੱਖਾਂ ਦਾ ਕਸ਼ਟ ਦੂਰ ਕਰੇ, ਜੋ ਮੰਗੇਗਾ ਉਹੀ ਦੇਵਾਂਗੇ। ਤੇ ਇਹ ਭਾਈ ਆਦਮ ਦੀਆਂ ਲੱਕੜਾਂ ਜੋੜੀਆਂ ਹੋਈਆਂ ਸੀ ਬੜੀਆਂ, ਤੇ ਸਾਰੀਆਂ ਜੋੜੀਆਂ ਲੱਕੜਾਂ ਲਿਆ ਕੇ ਤੰਬੂਆਂ ਵਿੱਚ ਡੇਰਿਆਂ ਵਿੱਚ ਧੂਣੇ ਲਾ ਕੇ ਰਾਤੋਂ ਰਾਤ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਖੜ ਕੇ ਵੇਖਦੇ ਬੜੇ ਖੁਸ਼ ਹੋਏ। ਤੜਕੇ ਸਜੇ ਦੀ ਬਾਣ ਵਿੱਚ ਮਹਾਰਾਜ ਜੀ ਆਖਿਆ ਜਿਹੜੇ ਸਿੱਖ ਨੇ ਰਾਤ ਸੇਵਾ ਕੀਤੀ ਉਹਨੂੰ ਸੱਦੋ। ਸੰਗਤਾਂ ਸਿੱਖਾਂ ਨੇ ਭਾਈ ਬਾਬਾ ਆਦਮ ਜੀਆਂ ਨੂੰ ਬੁਲਾਇਆ। ਜਦੋਂ ਪਾਸ ਆਏ ਵੈ ਤੋ ਮਹਾਰਾਜ ਕਹਿੰਦੇ ਮੰਗੋ ਕੀ ਮੰਗਣਾ ਹੈ। ਗੁਰੂ ਨਾਨਕ ਪਾਤਸ਼ਾਹ ਦੇ ਖਜ਼ਾਨੇ 'ਚ ਇਹੋ ਜਿਹੀ ਵਸਤੂ ਕੋਈ ਨਹੀਂ ਜਿਹੜੀ ਨਾ ਦਈਏ। ਪਰ ਉਹ ਬਾਬਾ ਆਦਮ ਜੀ ਸੰਗ ਗਏ ਸੀ ਵੀ 70 ਵਰਿਆਂ ਦੀ ਉਮਰ ਹੈ, ਔਲਾਦ ਕੋਈ ਹੈ ਨਹੀਂ, ਹੁਣ ਸਿੱਖ ਮਜ਼ਾਕ ਕਰਨਗੇ ਜੇ ਕੋਈ ਐਸੀ ਮੰਗ ਕੀਤੀ ਤਾਂ। ਤੋ ਇਸ ਤਰ੍ਹਾਂ 2-3 ਦਿਨ ਦਾ ਵੀ ਮਹਾਰਾਜ ਨੇ ਸਮਾਂ ਦਿੱਤਾ ਸੀ। ਚਲੋ ਸੰਖੇਪ ਹੀ ਉਹ ਕਹਿੰਦੇ ਮਹਾਰਾਜ ਵੀ ਕੋਈ ਨਾ ਕੱਲ ਨੂੰ ਆਉਣਾ, ਇਸ ਤਰ੍ਹਾਂ ਨਾ ਮੰਗਿਆ ਪਰਸੋਂ ਆਉਣਾ। ਚੌਥੇ ਦਿਨ ਜਦੋਂ ਮਾਈ ਨੂੰ ਪਤਾ ਲੱਗਿਆ ਨਾ ਤੇ ਉਹ ਮਾਤਾ ਨੇ ਫਿਰ ਮਾਈਆਂ ਸਿਆਣੀਆਂ ਹੁੰਦੀਆਂ ਜਾ ਕੇ ਨਿਸ਼ੰਗ ਹੋ ਕਰਕੇ ਫਿਰ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਬੁੱਢੇ ਹੋ ਗਏ, ਮਰਨ ਕਿਨਾਰੇ ਆ, ਪੁੱਤਰ ਨਹੀਂ ਹੈ। ਮਹਾਰਾਜ ਨੇ ਕਹਿੰਦੇ 4 ਘੜੀਆਂ ਇੱਕ ਪਹਿਰ ਮਹਾਰਾਜ 4 ਘੰਟੇ 3 ਘੰਟੇ ਸੱਚੇ ਪਾਤਸ਼ਾਹ ਜੀ ਬੋਲੇ ਹੀ ਨਾ। ਫਿਰ ਗੁਰੂ ਗਰੀਬ ਨਵਾਜ ਗੁਰੂ ਅਮਰਦਾਸ ਜੀ ਕਹਿੰਦੇ ਮਾਈ ਤੁਹਾਡੇ 7 ਕੋਲਾਂ ਵਿੱਚ ਵੀ ਅਗਾਂ 7 ਜਨਮਾਂ ਵਿੱਚ ਵੀ ਕੋਈ ਔਲਾਦ ਨਹੀਂ, ਤੁਸੀਂ ਹੁਣ ਮੰਗਦੇ ਹੋ। ਫਿਰ ਉਹ ਚਰਨੀ ਪਏ ਮਾਤਾ ਜੀ, ਪਰ ਮਹਾਰਾਜ ਕਹਿੰਦੇ ਅਸੀਂ ਵਾਅਦਾ ਕੀਤਾ ਵੀ ਅਸੀਂ ਉਹ ਵਸਤੂ ਦਿਆਂਗੇ ਜਿਹੜੀ ਨਾ ਵੀ ਦੇਣ ਯੋਗ ਉਹ ਵੀ ਦੇਵਾਂਗੇ। ਗੁਰੂ ਨਾਨਕ ਪਾਤਸ਼ਾਹ ਦੇ ਸੰਗਤਾਂ ਦੀ ਸੇਵਾ ਕੀਤੀ ਹੈ। ਤਾਂ ਫਿਰ ਉਹ ਮਹਾਰਾਜ ਕਹਿੰਦੇ ਸਾਡੇ 4 ਪੁੱਤਰ ਹੋਣੇ ਸੀ, ਆਪਦੀ ਭਗਤੀ ਦੀ ਅੰਸ਼ ਚੋਂ ਅਸੀਂ ਇੱਕ ਪੁੱਤਰ ਤੁਹਾਨੂੰ ਬਖਸ਼ਦੇ ਹਾਂ, ਉਹਦਾ ਨਾਮ ਭਗਤੂ ਰੱਖਣਾ। ਭਗਤਾ ਭਾਈ ਕਾ ਨਗਰ ਖਾਲਸਾ ਜੀ ਉਸੇ ਭਗਤੂ ਦਾ ਵਸਾਇਆ ਹੋਇਆ। ਮਾਲਵੇ ਦੇ ਥੰਮ ਹੋਏ ਹਨ ਭਾਈ ਸਾਹਿਬ ਭਾਈ ਭਗਤੂ ਜੀ। ਭਾਈ ਜਿਹੜਾ ਉਦੈ ਸਿੰਘ ਹੋਇਆ ਕੈਂਥਲ ਦਾ ਰਾਜਾ, ਜਿਹਦੇ ਕਰ ਕਮਲਾਂ ਸਦਕਾ ਗ੍ਰੰਥ ਲਿਖਿਆ ਗਿਆ ਕਵੀ ਸੰਤੋਖ ਸਿੰਘ ਨੂੰ, ਇਹ ਭਾਈ ਭਗਤੂ ਜੀ ਦੀ ਅੰਸ਼ ਵਿੰਸ਼ ਵਿੱਚੋਂ ਜਾ ਕੇ ਮਹਾਰਾਜੇ ਹੋਏ ਆ ਜਿਹੜੇ ਕੈਂਥਲ ਦੇ ਭਾਈ ਉਦੈ ਸਿੰਘ ਜੀ। ਤੋ ਇਹੋ ਜਿਹੀ ਦਇਆ ਕੋਈ ਸੰਸਾਰ ਵਿੱਚ ਇਹੋ ਜਿਹੀ ਵਸਤੂ ਨਹੀਂ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰ ਤੋਂ ਪ੍ਰਾਪਤ ਨਾ ਹੋਵੇ। ਤੋ ਇਹ ਮਹਾਰਾਜ ਦੀ ਸ਼ੁਭ ਸਿੱਖਿਆ ਹਿਰਦੇ ਵਸੇ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਸਭ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ, ਹੋਈਆਂ ਭੁੱਲਾਂ ਦੀ ਖਿਮਾ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਬਖਸ਼ ਲੈਣ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਇਸ ਲੈ ਗ੍ਰਹਿ ਬਿਖੈ ਸਿਧਾਈ,
ਸਰਬੋਤਮ ਪਦ ਕੋ ਨਿਜ ਪਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ ਜਾ ਜਾ ਕੈ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ। ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖਾਹੀਐ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣ ਹਸ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।